देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। सो मेरा कहने का भाव यह है कि ये हुण किसानों का एजिटेशन जिहड़ा था वो हाईजैक हो गया। जिहड़े असली किसान है वो तो जे गलबात करके मनना भी चाहते उन्हें मनन नहीं देंगे, और जिहड़े किसान उत्थे लाल पग बन के बैठे हैं वो मोस्टली कॉमरेड है। जिहड़े पीली पग बन के बैठे हैं वो आप वाले हैं। ਜਿਹੜੇ ਚਿੱਟੀ ਪੱਗ ਬਣ ਕੇ ਗਏ ਵੇ ਉਹ ਕਾਂਗਰਸੀ ਨੇ। ਸਿਰਫ ਸਟੇਜ ਤੇ ਪੋਲੀਟੀਕਲ ਲੀਡਰ ਨਹੀਂ ਬੋਲਣ ਦਿੰਦੇ, ਵਿੱਚ ਆਰਗੇਨਾਈਜ਼ ਕਰਨ ਵਾਲੇ ਤਾਂ ਪਹੁੰਚ ਗਏ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿਹੜੇ ਕਿਸਾਨ ਹੈਗੇ ਆ ਉਹ ਦਿੱਲੀ ਨੂੰ ਘੇਰੇ ਹੋਏ ਆ। ਲਗਭਗ 1 ਮਹੀਨਾ ਹੋ ਗਿਆ। ਮਤਲਬ ਕਿ ਪੰਜਾਬ ਤੋਂ ਜਿਹੜੇ ਕਿਸਾਨ ਦਿੱਲੀ ਗਏ ਆ ਉਹ 26 ਜਿਹੜੇ ਨਵੰਬਰ ਸੀਗਾ ਉਸ ਦਿਨ ਉਹ ਦਿੱਲੀ ਗਏ ਸੀਗੇ, ਔਰ ਅੱਜ 24 ਹੋ ਗਈ ਆ। ਲਗਭਗ ਪੂਰਾ 1 ਮਹੀਨਾ ਹੋ ਗਿਆ ਉਹਨਾਂ ਨੂੰ ਦਿੱਲੀ ਘੇਰੇ ਹੋਏ। ਉਸ ਤੋਂ ਮਹੀਨਾ ਪਹਿਲੇ 2 ਮਹੀਨੇ ਉਹ ਲਗਾਤਾਰ ਪੰਜਾਬ 'ਚ ਬੈਠੇ ਰਹੇ, ਧਰਨਾ ਪ੍ਰਦਰਸ਼ਨ ਕਰਦੇ ਰਹੇ। ਪਰ ਜਿਹੜਾ ਕੇਂਦਰ ਸਰਕਾਰ ਹੈ, ਕੇਂਦਰ ਸਰਕਾਰ ਦੇ ਜੂੰ ਤੱਕ ਨਹੀਂ ਰਹੇਗੀ। ਜਿਹੜੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਖੇਤੀ ਬਿੱਲ ਲਿਆਂਦੇ ਗਏ ਆ ਇਹ ਸਾਨੂੰ ਮਨਜ਼ੂਰ ਨਹੀਂ ਹੈ, ਇਸ ਕਰਕੇ ਕੇਂਦਰ ਸਰਕਾਰ ਨੂੰ ਇਹ ਜਿਹੜੇ ਬਿੱਲ ਹੈ ਇਹ ਵਾਪਸ ਲੈ ਲੈਣੇ ਚਾਹੀਦੇ ਆ। ਸਾਡੇ ਨਾਲ ਪੰਜਾਬ ਬੀਜੇਪੀ ਦੇ ਬੜੇ ਸੀਨੀਅਰ ਨੇਤਾ ਹੈ ਮਦਨ ਮੋਹਨ ਮਿੱਤਲ ਜੀ, ਜਿਹੜੇ ਕਿ ਕੈਬਨਿਟ ਮੰਤਰੀ ਵੀ ਰਹੇ ਨੇ। ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕੇਂਦਰ ਸਰਕਾਰ ਦਾ ਜਿਹੜਾ ਇਹ ਰਵੱਈਆ ਸਰ ਇਹ ਇੰਨਾ ਅੜੀਅਲ ਕਿਉਂ ਹੈ। ਜਦੋਂ ਕਿਸਾਨ ਜਿਹੜੀ ਚੀਜ਼ ਆਪਾਂ ਗੱਲ ਕਰਦੇ ਹਾਂ ਵੀ ਕਿਸਾਨ ਹਿੱਤ ਦੀ ਆ, ਜਦੋਂ ਉਹਨਾਂ ਨੂੰ ਮਨਜ਼ੂਰ ਹੀ ਨਹੀਂ ਹੈ, ਫਿਰ ਕੇਂਦਰ ਸਰਕਾਰ ਕਿਉਂ ਦਬਾਅ ਪਾ ਰਹੀ ਹੈ, ਕਿਉਂ ਉਸ ਨੂੰ ਮਤਲਬ ਕਿ ਵਾਪਸ ਕਿਉਂ ਨਹੀਂ ਲੈ ਰਹੀ। ਇਹ ਬੜੀ ਬਦਕਿਸਮਤੀ ਹੈ ਕਿ ਜਿਨ੍ਹਾਂ ਵਾਸਤੇ ਕਾਨੂੰਨ ਬਣਿਆ ਉਹਨਾਂ ਨੂੰ ਐਸੀ ਪੜ੍ਹਤੀ ਪੜ੍ਹਾ ਦਿੱਤੀ ਕਿ ਇਹ ਤਾਂ ਕਾਨੂੰਨ ਤੁਹਾਡੇ ਖਿਲਾਫ ਹੈ, ਤੁਹਾਡੀ ਜ਼ਮੀਨਾਂ ਚਲੇ ਜਾਣੀਆਂ, ਤੁਸੀਂ ਮਜ਼ਦੂਰ ਬਣ ਜਾਣਾ ਹੈ। ਔਰ जो दुनिया की कोई नैगेटिव चीज़ थी वो प्रचार करके उन्होंने दिमाग च पाती, जद के 3 सूबे छड्ड के पंजाब हरियाणा या कुछ पार्ट यूपी का जिथे MSP लागू थी, और खास तौर पर जो कम्युनिस्ट रूल्ड स्टेट्स हैं, जो वैस्ट बंगाल भी आता है, उड़ीसा भी आता है, त्रिपुरा भी आता है, केरल भी आता है, ਉਹਨਾਂ ਸਟੇਟ ਦੇ ਵਿੱਚ ਤਾਂ MSP ਕਿਸੇ ਨੂੰ ਮਿਲੀ ਹੋਈ ਨਹੀਂ, ਬਿਲਕੁਲ ਨਾ ਲਾਗੂ ਸੀ। ਔਰ ਨਾ ਉੱਥੇ ਮੰਡੀ ਸਿਸਟਮ ਨਹੀਂ ਤਾਂ ਉੱਥੇ ਪਰਚੇਜ਼ ਕਰਨ ਦੀਆਂ ਪਾਵਰਸ ਉਹਨਾਂ ਨੇ ਆਪਣੇ ਜਿਹੜੇ ਕਾਮਰੇਡ ਤੇ ਉਹਨਾਂ ਨੂੰ ਦਿੱਤੀਆਂ ਤੀਆਂ, ਔਰ ਉਹ ਆਪਣੀ ਮਰਜ਼ੀ ਨਾਲ ਕਰਦੇ ਤੇ ਕੁਝ ਪੈਸਾ ਸਰਕਾਰ ਨੂੰ ਦਿੰਦੇ ਸੀ। ਸੋ ਇਹ ਕੱਲ੍ਹ ਸਮਤ ਪਾਤਰਾ ਨੇ ਬੜੀ ਡਿਟੇਲ 'ਚ ਦੱਸਿਆ, ਔਰ ਮੈਂ ਸਮਝਦਾ ਕਿਸਾਨਾਂ ਨੇ ਸੁਣ ਵੀ ਲਿੱਤਾ ਹੋਊਗਾ। ਉਹ ਹੁਣ ਐਜੀਟੇਸ਼ਨ ਨੂੰ ਗਰਮ ਕਰ ਰਹੇ ਹੈ। ਚੱਲੇ ਵੇ ਲੋਕ ਕਿ ਮਹਾਰਾਸ਼ਟਰ ਤੋਂ ਚੱਲਿਆ, ਕੋਈ ਕਿਤੋਂ ਚੱਲਿਆ, ਕਿਤੋਂ ਚੱਲਿਆ ਵਾ, ਔਰ ਉਹ ਕਹਿੰਦੇ ਜੀ ਅਸੀਂ ਤਾਂ ਰਾਜਨੀਤਿਕ ਇਹਦੇ ਵਿੱਚ ਕੋਈ ਪੁੱਠ ਹੈ ਹੀ ਨਹੀਂ, ਕੋਈ ਰਾਜਨੀਤੀ ਨਹੀਂ ਕਰ ਰਿਹਾ, ਕਿਸੇ ਰਾਜਨੀਤਿਕ ਆਦਮੀ ਦੀ ਪਾਰਟਿਸਪੇਸ਼ਨ ਨਹੀਂ। ਔਰ ਜਿਹੜੇ ਉੱਥੇ ਉਹ ਆ ਰਹੇ ਹੈ ਸਾਰੇ ਝੰਡੇ ਕਮਿਊਨਿਸਟ ਪਾਰਟੀ ਦੇ ਲਾ ਕੇ ਆ ਰਹੇ, ਜਿਹੜਾ ਉਹਦਾ ਕਾਫਲਾ ਚੱਲਿਆ ਵਾ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹ ਹੁਣ ਕਿਸਾਨਾਂ ਦਾ ਐਜੀਟੇਸ਼ਨ ਜਿਹੜਾ ਥਾ ਉਹ ਹਾਈਜੈਕ ਹੋ ਗਿਆ। ਜਿਹੜੇ ਅਸਲੀ ਕਿਸਾਨ ਹੈ ਉਹ ਤਾਂ ਜੇ ਗੱਲਬਾਤ ਕਰਕੇ ਮੰਨਣਾ ਵੀ ਚਾਹੁੰਦੇ ਉਹਨਾਂ ਮੰਨਣ ਨਹੀਂ ਦਿੰਦੇ, ਉਹ ਬਾਅਦ 'ਚ ਬੋਲਦੇ ਆ, ਉਹ ਪਹਿਲੇ ਆ ਕੇ ਬੋਲਦੇ ਆ। ਔਰ ਜਿਹੜੇ ਖੁਦ ਪਾਰਟੀ ਦੇ MP ਰਹਿ ਲਏ, ਪਾਰਟੀ ਲਈ ਕੰਮ ਕਰਦੇ ਆ, ਪਾਰਟੀ ਦੇ ਕਾਲ ਹੋਲਡਰ ਨੇ, ਉਹ ਸਟੇਜ 'ਤੇ ਆ ਕੇ ਅਨਾਊਂਸ ਕਰਦੇ ਵੀ ਸਾਡਾ ਤਾਂ ਨਾਨ ਪੋਲੀਟੀਕਲ ਹੈ, ਸਾਡੇ 'ਤੇ ਦੋਸ਼ ਲੱਗ ਰਿਹਾ ਵੀ ਕਮਿਊਨਿਸਟ ਆ ਗਏ, ਫਲਾਣੇ ਆ ਗਏ, ਫਲਾਣੇ ਆ ਗਏ। ਉਹ ਆਪ ਕਮਿਊਨਿਸਟ ਹੈ, ਅੱਜ ਵੀ ਕਮਿਊਨਿਸਟ ਹੈ, ਕੱਲ੍ਹ ਵੀ ਕਮਿਊਨਿਸਟ ਹੈ। ਔਰ ਜਿਹੜੇ ਕਿਸਾਨ ਉੱਥੇ ਲਾਲ ਪੱਗ ਬਣ ਕੇ ਬੈਠੇ ਆ ਉਹ ਮੋਸਟਲੀ ਕਾਮਰੇਡ ਹੈ। ਜਿਹੜੇ ਪੀਲੀ ਪੱਗ ਬਣ ਕੇ ਬੈਠੇ ਆ ਉਹ ਆਪ ਵਾਲੇ ਆ। ਜਿਹੜੇ ਚਿੱਟੀ ਪੱਗ ਬਣ ਕੇ ਗਏ ਵੇ ਉਹ ਕਾਂਗਰਸੀ ਹੈ, ਕਿਉਂਕਿ ਜਿਹੜਾ ਸਾਡਾ ਕਿਸਾਨ ਹੈ ਉਹ ਤਾਂ ਰਲਮੀ ਮਲਮੀ ਪੱਗ ਬੰਨ੍ਹਦਾ ਹੈ। ਹਰੀ ਵੈਸੇ BKU ਵਾਲੇ ਹਰੀ ਪੱਗ ਬੰਨ੍ਹਦੇ ਆ। ਸੋ ਇਸ ਕਰਕੇ ਇਹ ਸਾਰਾ ਜਿਹੜਾ ਗੋਰਖ ਧੰਦਾ ਚੱਲ ਰਿਹਾ ਉਹ ਕਹਿੰਦੇ ਪੋਲੀਟੀਕਲ ਨਹੀਂ ਹੈ, ਪੋਲੀਟੀਕਲ ਤਾਂ ਹੋ ਗਿਆ। ਸਿਰਫ ਸਟੇਜ 'ਤੇ ਪੋਲੀਟੀਕਲ ਲੀਡਰ ਨਹੀਂ ਬੋਲਣ ਦਿੰਦੇ, ਵਿੱਚ ਆਰਗੇਨਾਈਜ਼ ਕਰਨ ਵਾਲੇ ਤਾਂ ਪਹੁੰਚ ਗਏ। ਜਿਹੜਾ ਬੰਦਾ ਕਮਿਊਨਿਸਟ ਪਾਰਟੀ ਦਾ 4 ਵਾਰ MP ਰਹਿ ਲਿਆ ਉਹ ਤਾਂ ਸਪੋਕਸਮੈਨ ਬਣ ਗਿਆ,
ਉਹ ਦੂਜਿਆਂ ਨੂੰ ਆਣ ਨਹੀਂ ਦਿੰਦਾ, ਸਭ ਤੋਂ ਪਹਿਲੇ ਆ ਕੇ ਬੋਲਦਾ। ਉਹਨੂੰ ਪੁੱਛਿਆ ਵੀ ਦੱਸੋ ਕੇਰਲ ਸਟੇਟ 'ਚ ਕਿਉਂ ਨਹੀਂ ਲਾਗੂ ਕਰਿਆ ਤੁਸੀਂ ਮੰਡੀ ਸਿਸਟਮ? ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇਹ ਬੜੀ ਬਦਕਿਸਮਤੀ ਹੈ ਕਿ ਕਿਸਾਨਾਂ ਦੀਆਂ ਜੋ ਗੱਲਾਂ ਉਹਨਾਂ ਨੇ ਕਹੀਆਂ ਔਰ ਜੋ ਉਹਨਾਂ ਨੇ 1 to 1 ਗੱਲ ਕੀਤੀ ਉੱਤੇ ਉਹ ਕਿਸਾਨ ਮੰਨ ਗਏ, ਲੇਕਿਨ ਜਦੋਂ ਪ੍ਰੈਸ ਨੂੰ ਬਰੀਫ ਕਰਨਾ ਤਾਂ ਕਾਮਰੇਡ ਪਹਿਲੇ ਮੂਹਰੇ ਆ ਗਏ, ਉਹਨਾਂ ਨੇ ਆ ਕੇ ਫਿਰ ਚੱਕਤਾ ਕੰਮ। ਸੋ ਇਸ ਕਰਕੇ ਜਿਹੜਾ ਪੰਜਾਬ ਦਾ ਜਾਂ ਹਰਿਆਣੇ ਦਾ ਕਿਸਾਨ ਹੈ ਜਾਂ ਵੈਸਟਰਨ ਯੂਪੀ ਦਾ ਕਿਸਾਨ ਹੈ, ਉਹ ਕੋਈ ਝਗੜਾ ਨਹੀਂ ਕਰਦੇ, ਉਹ ਮੋਦੀ ਦੇ ਖਿਲਾਫ ਕੋਈ ਨਾਰਾ ਨਹੀਂ ਲਾਉਂਦੇ। ਇਹ ਕਾਮਰੇਡ ਜਿਹੜੇ ਵਿੱਚ ਵੜ ਗਏ, ਆਪ ਵਾਲੇ ਵੜ ਗਏ, ਇਹ ਨਾਰੇ ਲਾਉਂਦੇ ਆ। ਮਿੱਤਲ ਸਾਹਿਬ, ਤੁਹਾਡਾ ਕਹਿਣ ਦਾ ਮਤਲਬ ਇਹ ਹੈ, ਇਹ ਮੰਨੀਏ ਕਿ ਉੱਥੇ ਕਿਸਾਨ ਨਹੀਂ ਹੈ ਬਲਕਿ ਪੋਲੀਟੀਕਲ ਲੋਕ ਹੈ ਜਿਹੜੇ ਕਿ ਕਿਸਾਨਾਂ ਦੇ ਭੇਸ 'ਚ ਉੱਥੇ ਬੈਠੇ ਨੇ। ਜਿਹੜੇ ਕਿਸਾਨ ਆ ਉਹ ਵੀ ਬੈਠੇ ਆ, ਮੈਂ ਨਹੀਂ ਕਿਹਾ ਕਿ ਕਿਸਾਨ ਨਹੀਂ ਬੈਠੇ, ਮੈਂ ਕਿਹਾ ਜਿਹੜੇ ਕਿਸਾਨ ਹੈ ਉਹਨਾਂ ਦੀ ਕੋਈ ਇੱਕ ਪੱਗ ਨਹੀਂ ਹੈ, ਉਹ ਜਿਹੜੀ ਦੇਖ ਲੈਣ ਬੰਨ ਲੈਂਦਾ। ਕਿਸਾਨ ਦਾ ਪਰਨਾ ਬਣ ਕੇ ਵੀ ਕੰਮ ਸਾਰ ਲੈਂਦਾ। ਸੋ ਜੋ ਰੀਅਲ ਕਿਸਾਨ ਹੈ ਉਹਨਾਂ ਦੇ ਵਿਚਾਰ ਹੁਣ ਇਹਨਾਂ ਨੇ ਡੋਮੀਨੇਟ ਕਰ ਲਿਆ, ਹਾਈਜੈਕ ਕਰ ਲਿਆ। ਇਸੇ ਕਰਕੇ ਅਸੀਂ ਕਹਿ ਰਹੇ ਹਾਂ ਵੀ ਐਜੀਟੇਸ਼ਨ ਹਾਈਜੈਕ ਹੋ ਗਿਆ। ਔਰ ਮੋਦੀ ਸਾਹਿਬ ਦੀਆਂ ਗੱਲਾਂ ਨਾਲ ਉਹ ਸਹਿਮਤ ਹੁੰਦੇ, ਇਹ ਆ ਕੇ ਕਹਿੰਦੇ ਨਹੀਂ ਜੀ ਸਾਨੂੰ ਤਾਂ ਲੋੜ ਹੀ ਨਹੀਂ, ਅਸੀਂ ਤਾਂ ਚਾਹੁੰਦੇ ਨਹੀਂ, ਕਿਉਂ ਦੇ ਰਹੇ ਮੋਦੀ ਸਾਹਿਬ ਬਣਾ ਰਹੇ ਕਾਨੂੰਨ। ਉਹਨਾਂ ਦਾ ਜਿਹੜੇ ਕਾਮਰੇਡ ਆ ਉਹਨਾਂ ਦਾ ਮੰਚ ਹੈ, ਕਾਂਗਰਸ ਦਾ ਵੀ ਮੰਚ ਹੈ ਵੀ ਇਹ ਜਿਹੜੀ ਬੰਗਾਲ ਦੀ ਚੋਣ ਹੈ, ਵੈਸਟ ਬੰਗਾਲ ਦੀ, ਇਹ ਉਦੋਂ ਤੱਕ ਧਰਨਾ ਲੱਗਿਆ ਰਿਹਾ ਤਾਂ ਕਿ ਅਸੀਂ ਇਹਨਾਂ ਦੀ ਭੰਡੀ ਕੁੱਟੀ। ਉੱਥੇ ਮਮਤਾ ਬਨਰਜੀ ਜੀ ਅੱਡ ਡੰਡਾ ਲੈ ਕੇ ਚੱਲ ਰਹੀ ਹੈ, ਸਾਡੇ ਵਰਕਰ ਨੂੰ ਮਾਰ ਰਹੀ ਹੈ, ਪੁਲਿਸ ਵੀ ਉਹਨਾਂ ਦੀ ਮਾਰ ਰਹੀ ਹੈ, ਔਰ ਲਾਠੀਚਾਰਜ ਸਾਡੇ ਪਰ ਹੁੰਦਾ ਹੈ, ਅਤਿਆਚਾਰ TMC ਕਰਦੀ ਹੈ। ਸੋ ਹੁਣ ਸਾਡੇ ਅਕਾਲੀ ਭਰਾ ਛੱਡ ਕੇ ਗਏ, ਹੁਣ ਉਹਨਾਂ ਲੱਗਿਆ ਵੀ ਸਾਡਾ ਤਾਂ ਮਾਨ ਸਨਮਾਨ ਵੀ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ, ਅਸੀਂ ਤਾਂ ਐਵੇਂ ਛੱਡ, ਸਰਕਾਰ ਵੀ ਗਈ ਅਤੇ ਸਾਨੂੰ ਕਿਸਾਨਾਂ ਨੇ ਓਨ ਵੀ ਨਹੀਂ ਕੀਤਾ। ਉਹਨਾਂ ਨੂੰ ਇੱਕ ਨਵਾਂ ਇਸ਼ੂ ਖੜਾ ਕਰ ਲਿਆ, ਫੈਡਰਲ ਸਟਰਕਚਰ ਕਮਜ਼ੋਰ ਹੋ ਰਿਹਾ। ਕਿਹੜੀ ਗੱਲ 'ਚ ਫੈਡਰਲ ਸਟਰਕਚਰ ਕਮਜ਼ੋਰ ਹੋ ਰਿਹਾ? ਕਿ ਜੀ ਸੈਂਟਰ ਨੇ ਸਟੇਟ ਦੀਆਂ ਪਾਵਰ ਲੈ ਲਈਆਂ। ਉਹ ਵਿਧਾਨ ਦੇ ਵਿੱਚ ਲਿਖਿਆ ਹੋਇਆ, ਜਿਹੜੀਆਂ ਗੱਲਾਂ ਵਿਧਾਨ 'ਚ ਲਿਖੀਆਂ ਉਹਦੇ ਅੰਤਰਗਤ ਸਾਰਾ ਕੰਮ ਹੋ ਰਿਹਾ। ਮਿੱਤਲ ਸਾਹਿਬ, ਆਪਾਂ ਫਿਰ ਉਸੇ ਟੌਪਿਕ 'ਤੇ ਆਈਏ, ਕਿਸਾਨ ਵਾਲੇ ਮੁੱਦੇ 'ਤੇ ਆਈਏ। ਆਪਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਉੱਥੇ ਕਿਸਾਨ ਹੈਗੇ ਨੇ ਪਰ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਉਹ ਹਾਈਜੈਕ ਹੋ ਗਏ ਨੇ। ਉੱਥੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਚਾਹੇ ਉਹ ਸਟੇਜ 'ਤੇ ਚਾਹੇ ਨਹੀਂ ਆ ਰਹੀਆਂ, ਪਰ ਉਹ ਕਿਸਾਨਾਂ ਦੇ ਭੇਸ 'ਚ ਕਿਸਾਨਾਂ ਵਿੱਚ ਉੱਥੇ ਪਹੁੰਚ ਗਏ ਨੇ ਜਿਹੜੇ ਪੋਲੀਟੀਕਲ ਲੋਕ ਹੈ। ਇਹ ਤੁਹਾਡੀ ਪਰ ਕਹਾਣੀ ਇਹ ਸਮਝ ਨਹੀਂ ਆ ਰਹੀ ਵੀ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਕਿਉਂ ਹੈ। ਉਹ ਕਿਉਂ ਪਿਛਲੇ 3 ਮਹੀਨੇ ਤੋਂ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਿਹਾ। ਮੈਂ ਤੁਹਾਡੀ ਗੱਲ ਤੋਂ ਚਲੋ ਸਹਿਮਤ ਵੀ ਹੋ ਜਾਂਦਾ ਵੀ ਅੱਜ ਪੋਲੀਟੀਕਲ ਲੋਕ ਕਿਸਾਨਾਂ ਦੇ ਭੇਸ 'ਚ ਉੱਥੇ ਪਹੁੰਚ ਗਏ ਨੇ, ਪਰ ਇਹ ਤਾਂ ਧਰਨਾ ਸਰ 3 ਮਹੀਨਿਆਂ ਤੋਂ ਚੱਲ ਰਿਹਾ। 3 ਮਹੀਨਿਆਂ ਤੋਂ 1 ਮਹੀਨੇ ਤੋਂ ਤਾਂ ਦਿੱਲੀ ਘੇਰੀ ਹੋਈ ਆ। ਕਿਉਂ ਨਹੀਂ? ਕੀ ਇਹੀ ਮਜਬੂਰੀ ਆ ਵੀ ਜਿਹੜੀ ਕਿਸਾਨਾਂ ਦੇ ਫਾਇਦੇ ਦੀ, ਜਿਹੜੀ ਕੇਂਦਰ ਸਰਕਾਰ ਕਹਿੰਦੀ ਹੈ ਵੀ ਜਿਹੜੇ ਅਸੀਂ ਕਾਨੂੰਨ ਲੈ ਕੇ ਆਏ ਆ ਕਿਸਾਨਾਂ ਦੇ ਫਾਇਦੇ ਦੇ ਆ, ਕਿਸਾਨ ਉਹਨਾਂ ਨੂੰ ਅਸੈਪਟ ਕਰਨ ਨੂੰ ਤਿਆਰ ਨਹੀਂ, ਤਾਂ ਕਿਉਂ ਨਹੀਂ ਉਹ ਵਾਪਸ ਲਿੱਤੇ ਜਾ ਰਹੇ? ਦੇਖੋ, ਜਦ ਕਿਸੇ ਨੂੰ ਗੁੰਮਰਾਹ ਕਰਤਾ ਜਾਵੇ ਨਾ, ਉਹਨੂੰ ਸਮਝਣ 'ਚ ਬਹੁਤ ਟਾਈਮ ਲੱਗਦਾ। ਇੱਕ ਪਾਸੇ ਤਾਂ ਪ੍ਰਚਾਰ ਹੋ ਰਿਹਾ, ਜਦੋਂ ਪ੍ਰਚਾਰ ਨੈਗੇਟਿਵ ਹੁੰਦਾ ਨਾ, ਉੱਥੇ ਸੱਚਾਈ ਨੂੰ ਸਾਬਤ ਕਰਨ ਵਾਸਤੇ ਟਾਈਮ ਲੱਗਦਾ। ਉਹ ਹੁਣ ਸੱਚਾਈ ਦੀ ਗੱਲ ਤਾਂ ਕੋਈ ਸੁਣਦਾ ਨਹੀਂ, ਗੱਲ ਤਾਂ ਉਹਨਾਂ ਦੀ ਸੁਣੀ ਜਾ ਰਹੀ ਹੈ। ਕਿਸਾਨ ਅੰਦਰ ਖਾਤੇ ਮੰਨਦੇ ਆ ਵੀ ਹਾਂ ਇਹ ਕਾਨੂੰਨ ਜਿਹੜਾ ਬਣਿਆ ਸਾਡੇ ਹਿੱਤ ਵਿੱਚ ਹੈ, ਪਰ ਸਰਕਾਰ ਇਹ ਵੀ ਕਹਿ ਰਹੀ ਹੈ, ਚਿੱਠੀਆਂ ਲਿਖ ਲਈਆਂ ਕਿ ਬਈ ਤੁਸੀਂ ਉਹ ਗੱਲ ਕਰੋ, ਦੱਸੋ ਜਿਹੜੀ ਗੱਲ ਤੁਹਾਡੇ ਹਿੱਤ ਦੇ ਵਿੱਚ ਨਹੀਂ, ਅਸੀਂ ਦਰੁਸਤ ਕਰਨ ਨੂੰ ਤਿਆਰ ਹੈ, ਅੱਜ ਵੀ ਤਿਆਰ ਹੈ, ਔਰ ਜੇ ਬਾਅਦ 'ਚ ਵੀ ਕੋਈ ਲੱਗੂਗਾ ਤਾਂ ਵੀ ਕਰ ਦਾਂਗੇ। ਨਹੀਂ, ਉਹ ਕਹਿੰਦੇ ਵੀ ਅਸੀਂ ਉਸ 'ਚ ਅਮੈਂਡਮੈਂਟ ਨਹੀਂ ਚਾਹੁੰਦੇ, ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਬਿੱਲ ਹੀ ਵਾਪਸ ਆਉਣ। ਅੜੀਅਲ ਰਵੱਈਆ ਉਹਨਾਂ ਦਾ ਹੋਇਆ ਕਿ ਸਰਕਾਰ ਦਾ ਹੋਇਆ? ਅੜੀਅਲ ਰਵੱਈਆ ਕਿਸਾਨਾਂ, ਮੈਂ ਆਹੀ ਕਹਿ ਰਿਹਾ ਨਾ, ਕਿਸਾਨਾਂ ਦੇ ਵਿੱਚ ਜਿਹੜੇ ਇਹ ਤੱਤਵ ਹੋਰ ਆ ਗਿਆ ਨਾ, ਉਹ ਨਹੀਂ ਉਹਨਾਂ ਨੂੰ ਮੰਨਣ ਦਿੰਦਾ, ਉਹ ਉੱਠਣ ਨਹੀਂ ਦਿੰਦਾ। ਹੁਣ ਰਾਤ ਮੈਂ ਕਿਸਾਨ ਦੀ ਇੰਟਰਵਿਊ ਪੜ੍ਹ ਰਿਹਾ ਥਾ, ਸੁਣ ਰਿਹਾ ਥਾ, TV 'ਤੇ ਆ ਰਿਹਾ ਥਾ। ਉਹ ਕਹਿੰਦਾ ਜੀ ਹੁਣ ਨਹੀਂ ਅਸੀਂ ਜਾਣਾ ਇੱਥੋਂ ਉੱਠ ਕੇ, ਜੇ ਮੋਦੀ ਸਾਹਿਬ ਮੰਨ ਵੀ ਜਾਣ ਤਾਂ ਵੀ ਨਹੀਂ ਅਸੀਂ ਜਾਣਾ। ਉਹ ਘਰ ਕਹਿੰਦੇ ਚਾਹ ਬਣਾਉਣ ਨੂੰ ਕਹਿੰਦੇ ਤੇ ਤਾਂ ਜਨਾਨੀ 4 ਵਾਰ ਨੱਕ ਵੱਟਦੀ ਆ। ਇੱਥੇ ਕਹਿੰਦੇ ਚਾਹ ਬਿਨਾਂ ਮੰਗੇ ਸਵੇਰ ਤੇ ਸ਼ੁਰੂ ਹੋ ਜਾਂਦੀ ਹੈ, ਦੁੱਧ ਵੀ ਮਿਲਦਾ, ਪੂੜੇ ਵੀ ਖਾਣ ਨੂੰ ਮਿਲਦੇ ਆ, ਖੀਰ ਵੀ ਖਾਣ ਨੂੰ ਮਿਲਦੀ ਹੈ, ਵਧੀਆ ਮਟਰ ਪਨੀਰ ਇੱਥੇ ਖਾਣੇ, ਆ ਸਟਾਲ ਲੱਗ ਕੇ ਜੋ ਮਰਜ਼ੀ ਲੈ ਲਓ, ਸਭ ਫਰੀ। ਉਹ ਕਹਿੰਦੇ ਇਹੀ ਜਿਹੀ ਐਸ਼ ਕਿੱਥੇ ਹੋਣੀ ਆ?
ਕਹਿੰਦੇ ਅਸੀਂ ਨਹੀਂ ਹੁਣ ਉੱਠਣਾ, ਸਾਡਾ ਤਾਂ ਇੱਥੇ ਜੀ ਲੱਗ ਗਿਆ। ਇੱਕ ਮਿੰਟ ਸੁਣ ਲਓ ਗੱਲ ਮੇਰੀ ਪਹਿਲੇ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ, ਠੀਕ ਹੈ, ਉੱਥੇ ਸਾਰਾ ਕੁਝ ਅਵੇਲੇਬਲ ਹੈ, ਇਸ ਕਰਕੇ ਕਿਸਾਨ ਨੂੰ ਉੱਥੇ ਦਿੱਕਤ ਨਹੀਂ ਆ ਰਹੀ। ਪਰ ਜਿਹੜਾ ਕਿਸਾਨ ਪੰਜਾਬ ਵਿੱਚ ਬੀਜੇਪੀ ਲੀਡਰਾਂ ਦੇ ਘਰਾਂ ਦੇ ਬਾਹਰ ਬੈਠਾ ਹੈ, ਉਹਨੂੰ ਕੀ ਕਹੋਗੇ? ਉਹ ਕਿਸਾਨ ਨਹੀਂ ਮੰਨੋਗੇ? ਉਹ ਵੀ ਪੋਲੀਟੀਕਲ ਮੋਟਿਵ ਹੈ ਕਿ ਬੀਜੇਪੀ ਪਾਰਟੀ ਦੀ ਜਿਹੜੀ ਫਲੋ ਹੋ ਰਿਹਾ, ਜਿਹੜਾ ਉਹਦਾ ਪ੍ਰੈਸ਼ਰ ਦੁਨੀਆ ਦੇ ਵਿੱਚ ਅੱਜ ਬੀਜੇਪੀ ਦੁਨੀਆ 'ਚ ਡੋਮੀਨੇਟ ਕਰ ਰਹੀ ਹੈ। ਨਰਿੰਦਰ ਮੋਦੀ ਨੂੰ ਆ ਦੇਖੋ, ਹੁਣ ਅਮਰੀਕਾ ਵਾਲਿਆਂ ਨੇ ਆਨਰ ਕੀਤਾ ਨਰਿੰਦਰ ਮੋਦੀ ਨੂੰ। ਜੇ ਮੁਸਲਮਾਨ ਕੰਟਰੀਜ਼ ਦੀ ਮੀਟਿੰਗ ਹੋਈ, ਪਾਕਿਸਤਾਨ ਉੱਥੇ ਗਿਆ ਤਾਂ ਰੋਣ ਵੀ ਅਸੀਂ ਕਹਾਂਗੇ ਸਾਡਾ ਜ਼ਿਆਦਤੀ ਹੋ ਰਹੀ ਹੈ ਮੁਸਲਮਾਨਾਂ ਨਾਲ, ਔਰ ਉਹਨੂੰ ਸਪੈਸ਼ਲ ਗੈਸਟ ਬਣਾ ਕੇ ਬੁਲਾਇਆ ਗਿਆ, ਪ੍ਰਤੀਨਿਧੀ ਮੁਸਲਮਾਨਾਂ ਦੇ ਇਕੱਠੇ ਹੋਏ, ਔਰ ਉਹਦੇ 'ਚ ਮੋਦੀ ਸਾਹਿਬ ਚੀਫ ਗੈਸਟ ਬਣ ਕੇ ਗਏ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਸਾਰੀ ਰਾਜਨੀਤੀ ਹੈ। ਕਮਿਊਨਿਸਟ ਕਹਿੰਦੇ ਐਜੀਟੇਸ਼ਨ ਚੱਲੀ ਜਾਵੇ, ਪੰਜਾਬ 'ਚ ਅਸੀਂ ਤਾਂ ਉਖੜ ਗਏ, ਸ਼ਾਇਦ ਇਸ ਬਹਾਨੇ ਸੀਰੀਅਸ ਐਂਟਰ ਕਰ ਦਈਏ। ਬੰਗਾਲ ਦੇ ਚੁਣਾਵ ਤੱਕ ਇਸ ਕਰਕੇ ਰੱਖਣਾ ਚਾਹੁੰਦੇ ਵੀ ਸ਼ਾਇਦ, ਅਦਰਵਾਈਜ਼ ਬੀਜੇਪੀ ਉੱਥੇ ਤਾਂ ਆ ਜਾਣੀ। ਅਮਿਤ ਸ਼ਾਹ ਨੇ ਉੱਥੇ ਐਡੀ ਬੜੀ ਲਹਿਰ ਕੱਢੀ ਕਰਤੀ, ਟੌਪ ਦੇ ਜਿਹੜੇ ਇਹਨਾਂ ਦੇ ਲੀਡਰ ਉਹ ਸਾਡੇ ਸ਼ਾਮਲ ਹੋ ਰਹੇ, ਔਰ ਜਨਤਾ ਆ ਰਹੀ ਹੈ। ਮਮਤਾ ਬਨਰਜੀ ਨੂੰ ਫਿਕਰ ਪੈ ਗਿਆ, ਮਮਤਾ ਬਨਰਜੀ ਤਾਂ ਜਾਊਗੀ। अब बाकी पार्टियां भी सोच च पै गई। साढ़े अकाली भरा भी उत्थे फैडरल स्ट्रक्चर के वास्ते ममता बनर्जी नाल सांझ पान गए, इन्होंने कमेटी भी बनाती। सो मेरा कहने का भाव यह है कि हर पोलिटिकल पार्टी ये सोचती है भी असी इस एजिटेशन चों कुछ किसान है अपने नाल जोड़ लीए, कुछ कम्यूनिटी साडा प्रचार चले जाए। हुण मैं तुम दसो भी अज राष्ट्रपति नूं मिलण जा रहे राहुल गांधी, ਕਿਹੜਾ ਕਿਸਾਨ ਨੂੰ ਇਹ ਤਾਂ ਪਤਾ ਨਹੀਂ ਵੀ ਜਵਾਰ ਕਿਵੇਂ ਉੱਗਦੀ ਹੈ। ਉਹ ਕਿਵੇਂ ਫੈਸਲਾ ਕਰੂਗਾ? ਜਿਹਨੂੰ ਇਹੀ ਨਹੀਂ ਪਤਾ ਵੀ ਜਵਾਰ ਕਿਵੇਂ ਉੱਗਦੀ ਹੈ ਉਹ ਫੈਸਲਾ ਨਹੀਂ ਕਰ ਸਕਦਾ। ਜਿਹਨੂੰ ਜਵਾਰ ਦਾ ਹੀ ਨਹੀਂ ਪਤਾ ਕਿਵੇਂ ਉੱਗਦੀ ਹੈ, ਜਿਹਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ, ਜਿਹੜਾ ਪ੍ਰਾਈਮ ਮਿਨਿਸਟਰ ਇਹਨਾਂ ਦਾ ਤਾਂ ਉਹ ਕਹਿੰਦਾ ਵੀ 1 ਰੁਪਇਆ ਮੈਂ ਭੇਜਦਾ 15 ਪੈਸੇ ਪਹੁੰਚਦੇ ਆ। ਅੱਜ ਮੋਦੀ ਸਾਹਿਬ ਦੇ ਸਾਰੇ ਪੈਸੇ ਪਹੁੰਚ ਰਹੇ ਆ। ਫਰਕ ਨਹੀਂ ਹੈ, ਲੋਕਾਂ ਨੂੰ ਲੱਗ ਰਿਹਾ ਕਿ ਫਰਕ ਹੈ ਬਹੁਤ ਬੜਾ, ਇਸ ਕਰਕੇ ਉਹ ਇਸ ਗੱਲ 'ਤੇ ਬੜੇ ਖੁਸ਼ ਹੈ, ਉਹ ਇੰਟਰਸਟਡ ਹੈ। ਹੁਣ ਆ ਦੇਖੋ, ਆ ਜਿਹੜੀ ਸਕੀਮ ਦਿੱਤੀ ਹੈ ਸਕਾਲਰਸ਼ਿਪ ਦੀ SC ਸਟੂਡੈਂਟਸ ਨੂੰ, ਇਹ ਉਹਨਾਂ ਕਹਿਤਾ ਵੀ ਅਸੀਂ ਅੱਗੇ ਨਾਲ 60% ਦੇਣ ਨੂੰ ਕਹਿਤਾ। ਹਾਂ ਬਿਲਕੁਲ ਕਹਿਤਾ। ਔਰ ਇਹ ਵੀ ਕਹਿਤਾ ਵੀ ਡਾਇਰੈਕਟ ਬੱਚਿਆਂ ਦੇ ਖਾਤੇ 'ਚ ਜਾਊਗਾ। ਇਹ ਵੀ ਕਹਿਤਾ ਵੀ ਸਟੇਟ ਜਿਹੜੀਆਂ ਉਹ 40% ਉਹਨਾਂ ਦੇ ਖਾਤੇ 'ਚ ਦੇਣ। ਔਰ ਡਾਈਵਰਸੀਫਿਕੇਸ਼ਨ ਨਹੀਂ ਹੁਣ ਹੋ ਸਕਦੀ, ਡਾਈਵਰਟ ਨਹੀਂ ਹੁਣ ਪੈਸਾ ਹੋਊਗਾ। ਅੱਗੇ ਤਾਂ ਡਾਈਵਰਟ ਹੋ ਕੇ ਕਹੀ ਜਾਂਦੇ ਸੈਂਟਰ ਦਾ ਪੈਸਾ ਨਹੀਂ ਆਇਆ ਜੀ, ਕਿਵੇਂ ਦਈਏ? ਉਹ ਕਹਿੰਦੇ ਅਸੀਂ ਖਾਤੇ ਸਿੱਧਾ ਭੇਜਦੇ ਹਾਂ। ਫਿਰ ਓਵਰਲੈਪਿੰਗ ਨਹੀਂ ਹੋ ਸਕੂਗਾ। ਮਿੱਤਲ ਸਾਹਿਬ, ਆਪਾਂ ਫੇਰ ਭਟਕ ਰਹੇ ਹਾਂ। ਆਪਾਂ ਜਿਹੜੇ ਮੁੱਦੇ ਦੀ ਗੱਲ ਕਰ ਰਹੇ ਹਾਂ ਵੀ ਕਿਸਾਨ ਵਿਰੋਧ ਕਰ ਰਹੇ ਆ, ਮੈਂ ਤੁਹਾਡੀ ਗੱਲ ਤੇ ਵੀ ਸਹਿਮਤ ਹਾਂ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਟਾਈਮ ਕੋਈ ਵੀ ਪੋਲੀਟੀਕਲ ਪਾਰਟੀ ਲੈ ਲਓ, ਉਹ ਸਾਰੀਆਂ ਸਿਰਫ ਬੀਜੇਪੀ ਨੂੰ ਛੱਡ ਕੇ ਸਾਰੀਆਂ ਕਿਸਾਨ ਦੇ ਨਾਲ ਆ ਕੇ ਖੜੀਆਂ ਹੋ ਗਈਆਂ। ਫਿਰ ਵੀ ਗੱਲ ਉਹੀ ਹੈ ਵੀ ਕੇਂਦਰ ਸਰਕਾਰ ਜਿਹੜੇ ਕਾਨੂੰਨ ਲੈ ਕੇ ਆਈ ਹੈ, ਕੇਂਦਰ ਸਰਕਾਰ ਕਹਿੰਦੀ ਹੈ ਵੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹੈ, ਕਿਸਾਨ ਉਹਨੂੰ ਮੰਨਣ ਨੂੰ ਤਿਆਰ ਨਹੀਂ ਵੀ ਇਹ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹੈ। ਸਾਰਾ ਵਿਪਕਸ਼ ਜਿੰਨੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਕਿਸਾਨਾਂ ਦੇ ਨਾਲ ਖੜੀਆਂ, ਔਰ ਉਹਨਾਂ ਦਾ ਵੀ ਇਹੀ ਕਹਿਣਾ ਵੀ ਹਾਂ ਯਾਰ ਇਹ ਕਾਨੂੰਨ ਜਿਹੜੇ ਆ ਵਾਪਸ ਹੋਣੇ ਚਾਹੀਦੇ ਆ। ਫਿਰ ਇਹ ਅੜੀਅਲ ਰਵੱਈਆ ਕੇਂਦਰ ਸਰਕਾਰ ਦਾ ਹੋਇਆ ਨਾ ਸਰ। ਅਸੀਂ ਅੜੀਅਲ ਨਹੀਂ ਹਾਂ, ਅਸੀਂ ਵੀ ਆਰ ਓਪਨ ਫਾਰ ਡਿਸਕਸ਼ਨ, ਔਰ ਇਸ ਗੱਲ 'ਤੇ ਅਸੀਂ ਖੁੱਲ੍ਹੇ ਹਾਂ, ਇਮਾਨਦਾਰ ਹੈ, ਦਿਆਨਤਦਾਰ ਹੈ, ਦਿਲ ਸਾਡਾ ਸਾਫ਼ ਹੈ ਵੀ ਤੁਸੀਂ ਦੱਸੋ ਜੋ ਇਹਦੇ 'ਚ ਤਰਮੀਮ ਕਰਾਉਣਾ ਕਰਾ ਲਓ, ਜੋ ਤੁਹਾਨੂੰ ਕਲਾਸ ਗਲਤ ਲੱਗਦੀ ਉਹ ਚੇਂਜ ਕਰ ਦਿਓ, ਉਹਨੂੰ ਸਟਕ ਡਾਊਨ ਕਰ ਦਿਓ। ਅਸੀਂ ਤਾਂ ਇੰਨੇ ਓਪਨ ਹੈ। ਔਰ ਜਿਹੜੇ ਲੀਡਰ ਲੱਗੇ ਹੋਏ ਹੈ, ਇਹਨਾਂ ਨੇ ਤਾਂ ਕੰਟੈਕਟ ਫਾਰਮਿੰਗ ਸ਼ੁਰੂ ਕੀਤੀ ਸੀ, ਲੇਕਿਨ ਉਸ ਕੰਟੈਕਟ ਫਾਰਮਿੰਗ 'ਚ ਕਿਸਾਨ ਦੇ ਅਧਿਕਾਰਾਂ ਨੂੰ ਸੁਰੱਖਿਅਤ ਨਹੀਂ ਤਾਂ ਕੀਤਾ ਗਿਆ, ਅਸੀਂ ਸੁਰੱਖਿਅਤ ਕੀਤਾ। ਅਸੀਂ ਤਾਂ ਕਹਿੰਦੇ ਹੋਰ ਲਿਖਾ ਲਓ ਜੋ ਲਿਖਾਉਣਾ, ਪਰ ਇਹ ਕਹਿਣਾ ਰੀਅਲ ਰਵੱਈਆ ਇਹਨਾਂ ਦਾ। ਸਰਕਾਰ ਕਿਵੇਂ ਰਹੂਗੀ ਜੇ ਤੁਸੀਂ ਕਾਨੂੰਨ ਬਣਾ ਕੇ ਚੇਂਜ ਕਰੀ ਜਾਓ? ਕੱਲ੍ਹ ਨੂੰ ਕਹਿ ਦੇਣਗੇ ਜੀ ਇਸ ਜ਼ੋਨ 'ਚ ਟ੍ਰੇਨ ਨਹੀਂ ਜਾਊਗੀ। ਅਸੀਂ ਨਹੀਂ ਚਾਹੁੰਦੇ ਜੀ ਟ੍ਰੇਨ ਇੱਧਰ ਆਵੇ। ਕਿ ਲੋਕਾਂ ਦੇ ਜਾਂ ਐਜੀਟੇਸ਼ਨ ਹੈ ਨਾ ਗੱਲਾਂ 'ਤੇ ਜੇ ਹੋਣ ਲੱਗ ਗਏ ਤਾਂ ਟ੍ਰੇਨ ਸਰਵਿਸ ਤਾਂ ਫਿਰ ਉਹਨਾਂ ਦੀ ਮਰਜ਼ੀ ਨਾਲ ਚੱਲੂਗੀ। ਟ੍ਰੇਨ ਸਰਵਿਸ ਤਾਂ ਜਨਤਾ ਚਾਹੁੰਦੀ ਹੈ। ਸੋ ਇਸ ਕਰਕੇ ਜੇ ਇਸ ਤਰੀਕੇ ਨਾਲ ਅੜਾਈ ਨਾਲ ਕੋਈ ਸੰਗਠਨ ਚਾਰ ਖੜ੍ਹੇ ਹੋ ਕੇ ਸਰਕਾਰ ਨੂੰ ਹਰ ਗੱਲ 'ਤੇ ਚੈਲੰਜ ਕਰਨਗੇ ਤਾਂ ਸਰਕਾਰ ਨਹੀਂ ਚੱਲ ਸਕਦੀ। ਹਾਂ, ਤੁਸੀਂ ਸਾਡੇ ਕੰਮ 'ਚ ਨੁਕਸ ਕੱਢਣ ਹੋ ਵੀ ਜੀ ਆਹ ਗਲਤ ਹੈ। ਅਸੀਂ ਤਾਂ ਲਿਖਿਆ ਵੀ ਜ਼ਮੀਨ ਦਾ ਮਾਲਕ ਤਾਂ ਕਿਸਾਨ ਰਹੂਗਾ। ਪਹਿਲੇ ਤਾਂ ਕੋਈ ਥਾ ਹੀ ਨਹੀਂ, ਮਲਕੀਅਤ ਦਾ ਸਬੂਤ ਕੋਈ ਥਾ ਹੀ ਨਹੀਂ।
ਉਹ ਜਿਹੜਾ ਦਬਲਣ ਦਾ ਤਾਂ ਦਬਲਣ ਦਾ ਤਾਂ। ਸੋ ਹੁਣ ਦੱਬਣ ਵਾਲਾ ਕੰਮ ਅਸੀਂ ਖਤਮ ਕਰਤਾ, ਉਹਦਾ ਪੀਰੀਅਡ ਨਿਸ਼ਚਿਤ ਕਰਤਾ, ਐਗਰੀਮੈਂਟ ਦਾ ਪ੍ਰੋਫਾਰਮਾ ਬਣਾਤਾ, ਦੱਸਣ ਐਗਰੀਮੈਂਟ ਦੇ ਪ੍ਰੋਫਾਰਮੇ 'ਚ ਕਿਹੜੀ ਕਲਾਸ ਨਵੀਂ ਪਾਣੀ ਹੈ ਨਵੀਂ ਪਾ ਲਓ। ਸੋ ਵੀ ਆਰ ਨਾਟ ਅਗੇਂਸਟ ਦੇਅਰ ਡਿਮਾਂਡਸ। ਅਸੀਂ ਤਾਂ ਹਿੰਦੁਸਤਾਨ 'ਚ ਕਿਤੇ MSP ਥਾ ਹੀ ਨਹੀਂ ਲੱਗੋ। 8 ਰੁਪਏ ਕਿਲੋ ਚੌਲ ਵਿਕਦੇ ਤੇ ਹੁਣ 18 ਰੁਪਏ ਵਿਕ ਰਹੇ ਹੈ MSP ਰੇਟ ਤੇ। ਸੋ ਕਿਸਾਨ ਜਿਹੜਾ ਬਾਕੀ ਹਿੱਸਿਆਂ ਦਾ ਕਿਸਾਨ ਬੋਲਦਾ ਵੀ ਸਾਡਾ ਤਾਂ ਫਾਇਦਾ ਹੋ ਗਿਆ, ਸਾਨੂੰ ਤਾਂ ਪੂਰੇ ਪੈਸੇ ਮਿਲਣ ਲੱਗੇ, ਪਹਿਲੀ ਵਾਰ ਪੈਸੇ ਮਿਲੇ ਹੈ, ਇੰਨੇ ਕਦੇ ਮਿਲੇ ਨਹੀਂ। ਸੋ ਇਸ ਕਰਕੇ ਜੋ ਸਰਕਾਰ ਨੇ ਕਾਨੂੰਨ ਬਣਾਇਆ ਉਹ ਲੋਕਾਂ ਦੇ ਹਿੱਤ ਵਿੱਚ ਹੈ। ਉਹ ਅੱਜ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਪੜ੍ਹਤੀ ਇੱਕ ਪਾਸੇ ਦੀ ਪੜ੍ਹੀ ਵੀ ਹੈ। ਸੋ ਜਿੱਥੇ ਤੱਕ ਮੈਂ ਆਹੀ ਤੁਹਾਨੂੰ ਕਹਿ ਰਿਹਾ ਨਾ ਕਿ ਅੱਗੇ ਸਟੇਟਸ ਨੂੰ ਗ੍ਰਾਂਟ ਭੇਜ ਦਿੱਤੀ ਸਰਕਾਰ, ਉਹ ਗ੍ਰਾਂਟ ਜਾਂਦੀ ਹੋ ਨਹੀਂ ਸੀ ਬੈਨੀਫਿਸ਼ਰੀਜ਼ ਨੂੰ, ਇਸੇ ਕਰਕੇ ਉਹਨਾਂ ਨੇ ਡਾਇਰੈਕਟ ਵਾਲਾ ਸਿਸਟਮ ਕੀਤਾ। ਕਿਸਾਨ ਦਾ ਵੀ ਇਸੇ ਕਰਕੇ ਡਾਇਰੈਕਟ ਪੇਮੈਂਟ ਕੀਤੀ ਹੈ। ਸੋ ਜੇ ਕੋਈ ਕਹੇ ਜੀ ਡਾਇਰੈਕਟ ਪੇਮੈਂਟ ਨਹੀਂ ਚਾਹੀਦੀ, ਸੂਬਾ ਮੈਨੇਜ ਕਰਕੇ ਰਜਿਸਟ੍ਰੇਸ਼ਨ ਕਰਾਵੇ ਕਿ ਸਾਡੇ ਥਰੂ ਜਾਵੇ, ਤਾਂ ਫਿਰ ਤਾਂ ਸਰਕਾਰ ਕਿਵੇਂ ਚੱਲੂਗੀ, ਲੋਕਾਂ ਨੂੰ ਬੈਨੀਫਿਟ ਕਿਵੇਂ ਮਿਲਣਗੇ। ਮਿੱਤਲ ਸਾਹਿਬ, ਚਲੋ ਮੈਂ ਤੁਹਾਡੀ ਗੱਲ ਤੇ ਵੀ ਇਹ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਨਹੀਂ ਹੈ, ਪਰ ਇਸ ਦਾ ਸੋਲੂਸ਼ਨ ਕੀ ਨਿਕਲੂਗਾ? ਇੱਕ ਪਾਸੇ ਸਾਰੀਆਂ ਪਾਰਟੀਆਂ, ਇੱਕ ਪਾਸੇ ਕਿਸਾਨ ਹੈ, ਇੱਕ ਪਾਸੇ ਇਕੱਲੀ BJP ਸਰਕਾਰ ਹੈ। ਹੁਣ ਦੋਨੋਂ ਪਾਸੇ ਜਿਹੜਾ ਹੈ ਇਹ ਸੋਲੂਸ਼ਨ ਕਿੱਦਾਂ ਨਿਕਲੂ? ਆਪੋਜੀਸ਼ਨ ਪਾਰਟੀ ਦਾ ਕੰਮ ਵਿਰੋਧ ਕਰਨਾ। ਸੁਪਰੀਮ ਕੋਰਟ ਵੀ ਕਹਿੰਦੀ ਕੰਸਟੀਟਿਊਸ਼ਨਲ ਰਾਈਟ ਹੈ ਵਿਰੋਧ ਕਰਨਾ, ਅਸੀਂ ਕਹਿੰਦੇ ਕਰੋ। ਅਸੀਂ ਤਾਂ ਵਿਰੋਧ ਕਰਨ ਤੇ ਰੋਕਿਆ ਨਹੀਂ, ਆਪ ਉਹਨਾਂ ਨੂੰ ਜਗ੍ਹਾ ਨਿਸ਼ਚਿਤ ਕਰਕੇ ਦੇਤੀ ਵੀ ਇੱਥੇ ਬੈਠੋ, ਜਿੰਨੇ ਕੁ ਫੈਸਿਲਿਟੀ ਦੇ ਸਕਦੇ ਦੇ ਵੀ ਰਹੇ ਆ। ਸੋ ਅਸੀਂ ਤਾਂ ਉਹਨਾਂ ਨੂੰ ਵਿਰੋਧ ਕਰਦੇ ਰੋਕਦੇ ਤਾਂ ਵਿਧਾਨਿਕ ਉਹ ਹੈ, ਪਰ ਵਿਰੋਧ ਵੀ ਤਾਂ ਕਿਸੇ ਗੱਲ 'ਤੇ ਹੋਵੇ। ਮੈਂ ਨਾ ਮੰਨਣ ਵਾਲੀ ਗੱਲ ਫੜ ਲਈ ਕਿਸਾਨਾਂ ਨੇ, ਉਹ ਕਿਸਾਨਾਂ ਨੇ ਨਹੀਂ ਫੜੀ, ਜਿਹੜੇ ਉਹਨਾਂ ਦੇ ਵਿੱਚ ਆਗੇ ਵੜਦੇ ਨਾ ਉਹ ਨਹੀਂ ਬੋਲਣ ਦਿੰਦੇ ਉਹਨਾਂ ਨੂੰ। ਸੋ ਕਿਸਾਨ ਤਾਂ ਵਾਪਸ ਸਾਨੂੰ, ਕਿਸਾਨ ਤਾਂ ਖੇਤਾਂ 'ਚ ਸੱਜਦਾ। ਅਸੀਂ ਤਾਂ ਕਹਿੰਦੇ ਕਿਸਾਨ ਖੇਤਾਂ 'ਚ ਆਵੇ, ਕੰਮ ਕਰੇ, ਮਿਹਨਤ ਕਰੇ, ਜਿੰਨੀ ਕਿਸਾਨ ਮਿਹਨਤ ਕਰਦਾ। ਅਸੀਂ ਤਾਂ ਹਿੰਦੁਸਤਾਨ ਦੇ ਬਾਕੀ ਸੂਬਿਆਂ ਨੂੰ ਖੇਤੀ ਕਰਨੀ ਸਿਖਾਈ ਹੈ, ਔਰ ਸਾਰੀਆਂ ਕਮਿਊਨਿਟੀ ਸਾਡੇ ਤਾਂ ਪੰਜਾਬ 'ਚ ਖੇਤੀ ਕਰਦੀਆਂ। ਮੇਰੀ ਗੱਲ ਉੱਥੇ ਖੜੀ ਹੈ ਵੀ ਸੋਲੂਸ਼ਨ ਕਿੱਦਾਂ ਨਿਕਲੂਗਾ? ਹੁਣ ਸੋਲੂਸ਼ਨ, ਕੋਈ ਸੋਲੂਸ਼ਨ ਦੱਸੋ। ਟੇਬਲ ਤੇ ਬੈਠ ਕੇ ਨਹੀਂ, ਹੁਣ ਉਹ ਤਾਂ ਕਹਿੰਦੇ ਅਸੀਂ ਆਉਣ ਨੂੰ ਤਿਆਰ ਨਹੀਂ ਹੈ, ਜਿੰਨਾ ਚਿਰ ਵਾਪਸੀ ਦੀ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਟੇਬਲ ਤੇ ਨਹੀਂ ਬੈਠਾਂਗੇ। ਸਾਡਾ ਹੋਇਆ ਕਿ ਉਹਨਾਂ ਦਾ ਹੋਇਆ? ਉਹ ਕਹਿੰਦੇ ਪਹਿਲੇ ਕਾਨੂੰਨ ਵਾਪਸ ਲਓ ਫਿਰ ਅਸੀਂ ਬੈਠਾਂਗੇ। ਹਾਂਜੀ, ਇਹ ਫਿਰ ਅੜੀਅਲ ਰਵੱਈਆ ਤਾਂ ਉਹਨਾਂ ਦਾ ਹੋਇਆ। ਅਸੀਂ ਕਹਿੰਦੇ ਤੁਸੀਂ ਆਓ ਟੇਬਲ ਤੇ, ਜੋ ਇਹਦੇ ਮੈਂ ਤੁਹਾਨੂੰ ਮਾੜਾ ਲੱਗਦਾ ਕੱਟ ਦਿਓ, ਨਵਾਂ ਬਣਾ ਦਿੰਦੇ, ਐਸੇ ਨੂੰ ਅਮੈਂਡ ਕਰਕੇ ਦੇ ਦਿੰਦੇ ਤੁਹਾਨੂੰ। ਲੇਕਿਨ ਇਸ ਕਾਨੂੰਨ ਨੂੰ ਬਦਲਣ ਦੀ ਤਾਂ ਗਲਤ ਅੜੀਅਲ ਰਵੱਈਆ ਹੋਇਆ ਨਾ। ਅਸੀਂ ਹਰ ਗੱਲ ਉਹਨਾਂ ਦੀ ਮੰਨਣ ਨੂੰ ਤਿਆਰ ਹੈ। ਸੋ ਕਿਸਾਨਾਂ ਨੂੰ ਵੀ ਆਪਣੇ ਆਪ ਨੂੰ ਰਿਐਲਿਟੀ 'ਤੇ ਆਉਣਾ ਚਾਹੀਦਾ ਹੈ, ਜੋ ਗੱਲ ਸਰਕਾਰ ਕਹਿੰਦੀ ਹੈ ਉਹਨੂੰ ਮੰਨਣਾ ਚਾਹੀਦਾ ਹੈ। ਔਰ ਅਸੀਂ ਇੱਥੇ ਤੱਕ ਕਹਿਣ ਤਿਆਰ ਹਾਂ ਵੀ ਜਿਹੜੀ ਕਲਾਸ ਤੁਹਾਨੂੰ ਗਲਤ ਲੱਗਦੀ ਹੈ ਉਹਨੂੰ ਚੇਂਜ ਕਰ ਦਿਓ, ਵੀ ਆਰ ਰੈਡੀ ਟੂ ਚੇਂਜ। ਹੁਣ ਇਸ ਉੱਪਰ ਕਿਆ ਚਾਹੀਦਾ? ਉਹਦਾ ਕੱਲ੍ਹ ਕਹਿਣਗੇ ਪ੍ਰਧਾਨ ਮੰਤਰੀ ਬਦਲ ਦਿਓ ਜੀ, ਕੱਲ੍ਹ ਕਹਿਣਗੇ ਹੋਮ ਮਿਨਿਸਟਰ ਬਦਲ ਦਿਓ। ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਦੀਆਂ। ਸਰਕਾਰ ਦੇ ਵਿੱਚ ਜਿਹੜਾ ਵੀ ਮੰਤਰੀ ਬਣਾਇਆ ਜਾਂਦਾ ਉਹਦੀ ਕਪੈਸਿਟੀ, ਉਹਦੀ ਐਫੀਸ਼ੀਐਂਸੀ, ਉਹਦਾ ਕੰਮ ਕਰਨ ਦਾ, ਲੋਕਾਂ ਨਾਲ ਮਿਲਣ ਦਾ ਵਤੀਰਾ, ਇਹ ਸਾਰੀ ਚੀਜ਼ਾਂ ਦੇਖ ਕੇ ਬਣਾਇਆ ਜਾਂਦਾ। ਅੱਜ ਹਿੰਦੁਸਤਾਨ ਦਾ ਸਤਾਰਾ ਕਿੱਥੇ ਪਹੁੰਚ ਗਿਆ ਦੁਨੀਆ 'ਚ? ਕਈਆਂ ਨੂੰ ਹਜ਼ਮ ਨਹੀਂ ਹੋ ਰਿਹਾ। ਉਹ ਕਹਿੰਦੇ ਇੱਥੇ ਤਾਂ ਨਹਿਰੂ ਗਾਂਧੀ ਤੇ ਲਵ ਕੇ ਦਾ ਨਾਂ ਹੀ ਨਹੀਂ ਸੀਗਾ। ਇੱਕ ਥੋੜ੍ਹੇ ਦਿਨ ਵਾਸਤੇ ਆਇਆ ਸੀ ਗਰੀਬ ਦਾ ਪੁੱਤ ਲਾਲ ਬਹਾਦਰ ਸ਼ਾਸਤਰੀ, ਉਹ ਪਤਾ ਨਹੀਂ ਕਿਹੜੇ ਸਰਕਮਸਟੈਂਸਿਸ 'ਚ ਹੋਇਆ, ਕਿਆ ਹੋਇਆ, ਉਹਦੇ 'ਤੇ ਲੋਕਾਂ ਦਾ ਵਿਸ਼ਵਾਸ ਬਣਿਆ ਸੀ। ਆ ਨਰਸਿਮਰੋ ਆਇਆ ਸੀ, ਇਹ ਵੀ ਗਰੀਬ ਕਿਸਾਨ ਦੇ ਘਰ 'ਚ ਉੱਠ ਕੇ ਆਇਆ, ਤਾਂ ਇਹਦੇ ਤਾਂ ਸੰਸਕਾਰ ਕਰਨ ਦੀ ਇਜਾਜ਼ਤ ਨਹੀਂ ਮਿਲੀ। ਸੋ ਇਸ ਕਰਕੇ ਜਿਹੜੀ ਇਹ ਨਹਿਰੂ ਡਾਇਨਾਸਟਿਕ ਰੂਲ ਤਾਂ ਨਾ ਉਹ ਖਤਮ ਹੋ ਗਿਆ। ਉਹਨਾਂ ਨੂੰ ਲੱਗਦਾ ਮੇਰਾ ਪਿਤਰਮ ਸੁਲਤਾਨ ਤਾਂ ਗਏ। ਸੋ ਇਸ ਕਰਕੇ ਹਰ ਪਾਰਟੀ ਦੇ ਅੰਦਰ ਕ੍ਰਾਈਸਿਸ ਹੈ। ਭਾਰਤੀ ਜਨਤਾ ਪਾਰਟੀ ਡਿਸਿਪਲਿਨ ਚੱਲ ਰਹੀ ਹੈ, ਲੀਡਰ ਦੀ ਗੱਲ ਲੋਕ ਮੰਨ ਰਹੇ ਹੈ। ਨਾਟ ਓਨਲੀ ਭਾਰਤੀ ਜਨਤਾ ਪਾਰਟੀ, ਲੋਕ ਆਮ ਲੋਕ ਮੰਨ ਰਹੇ। ਪਿੰਡਾਂ 'ਚ ਗੱਲ ਕਰਦੇ ਆ ਬੁੱਢੇ ਬੈਠ ਕੇ ਬਰੋਟੇ ਦੇ ਨੀਚੇ ਵੀ ਇਹ ਮੋਦੀ ਕਿਸਾਨ ਦਾ ਨੁਕਸਾਨ ਨਹੀਂ ਕਰਦਾ, ਤੇ ਆਲੇ ਦੁਆਲੇ ਦੇ ਇਹ ਮੁੰਡੇ ਗਲਤ ਕਰਾਈ ਜਾ ਰਿਹਾ। ਜਿੱਦਣ ਮੋਦੀ ਨੇ ਕਮਾਂਡ ਸਾਂਭ ਲੈਣੀ ਸਾਰਾ ਕੁਝ ਠੀਕ ਹੋ ਜਾਣਾ। ਚਲੋ ਠੀਕ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਹੈ ਕਿ ਮੋਦੀ ਸਾਹਿਬ ਨੇ ਤਾਂ ਹਰ ਤਬਕੇ ਦੀ ਮਦਦ ਕੀਤੀ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਵਪਾਰੀ ਹੈ, ਚਾਹੇ ਇੰਡਸਟਰੀ ਹੈ, ਚਾਹੇ ਮਜ਼ਦੂਰ ਹੈ। ਹਰੇਕ ਬੰਦੇ ਨੂੰ ਤੁਸੀਂ ਦੱਸੋ ਕਿਹੜੀ ਸਰਕਾਰ ਨੇ 8 ਮਹੀਨੇ ਦਾ ਅਨਾਜ ਦਿੱਤਾ? 8 ਮਹੀਨੇ ਦਾ ਅਨਾਜ ਗਰੀਬਾਂ ਨੂੰ ਜਿਹੜਾ ਕਰੋਨਾ ਸੀ ਉਹਦੇ ਕਰਕੇ ਉਹਨਾਂ ਦਾ ਰੁਜ਼ਗਾਰ ਖਿਸ ਗਿਆ, ਮਜ਼ਦੂਰੀ ਖਿਸ ਗਈ, ਲੋਕਡਾਊਨ ਹੋ ਗਿਆ, ਵੀ ਤਾਂ ਕਿ ਕੋਈ ਭੁੱਖਾ ਨਾ ਰਹੇ। ਮੇਰੇ ਸੇਵਾ 'ਚ 8 ਮਹੀਨੇ ਦਾ ਅਨਾਜ ਦਿੱਤਾ, ਇਹਨਾਂ 'ਤੇ ਵੰਡ ਨਹੀਂ ਹੋਇਆ ਵੀ।
ਸੋ ਇਸ ਕਰਕੇ ਸਰਕਾਰ ਜਨਤਾ ਦੇ ਹਿੱਤ ਦੀ ਹੈ, ਜਨਤਾ ਦੀ ਸਰਕਾਰ ਹੈ, ਜਨਤਾ ਦੀ ਸੁਣਵਾਈ ਕਰਨ ਵਾਲੀ ਹੈ। ਔਰ ਮੇਰਾ ਪ੍ਰਧਾਨ ਮੰਤਰੀ ਕਹਿੰਦਾ ਸਭ ਤੋਂ ਪਹਿਲੇ ਦੇਸ਼ ਦੇ ਬਾਅਦ ਪਾਰਟੀ ਦੇ ਬਾਅਦ ਵਿਅਕਤੀ ਦਾ ਨੰਬਰ ਆਉਂਦਾ, ਪਰਿਵਾਰ ਦਾ ਨੰਬਰ ਤਾਂ ਹੈ ਹੀ ਨਹੀਂ ਇੱਥੇ। ਸੋ ਇਸ ਕਰਕੇ ਮੋਦੀ ਸਾਹਿਬ ਦੇ ਰਾਜ 'ਚ ਲੋਕਾਂ ਨੂੰ ਭਰੋਸਾ ਵੀ ਇਹ ਇੱਕ ਐਸਾ ਆਦਮੀ ਹੈ ਜਿਹਦਾ ਨਾ ਘਰ 'ਚ ਕੋਈ ਰਿਸ਼ਤੇਦਾਰ ਆ ਕੇ ਰਹਿ ਸਕਦਾ, ਨਾ ਕਿ ਉਹਨੂੰ ਰਹਿਣ ਦੀ ਇਜਾਜ਼ਤ ਹੈ, ਔਰ ਘਰ-ਬਾਰ ਛੱਡ ਕੇ ਝੋਲਾ ਮੋਢੇ 'ਤੇ ਚੱਲ ਪਾ ਕੇ ਤੁਰਿਆ ਵਾ, ਔਰ ਇਹਦਾ ਕੋਈ ਪਤਾ ਨਹੀਂ ਕਿੱਥੇ ਤੱਕ ਪਹੁੰਚਾਤਾ। ਉਹਦੇ ਕੱਪੜਿਆਂ ਨੂੰ ਵੀ ਤੇ ਕੰਡੈਮ ਕਰਦੇ ਆ, ਉਹ ਕੁੜਤਾ ਪਜਾਮਾ ਪਾਉਂਦਾ, ਜੈਕਟ ਪਾਉਂਦੇ ਆ, ਸ਼ਾਲ ਲੈਂਦਾ, ਆ ਵੀ ਪਤਾ ਨਹੀਂ ਬੂਟ ਸੂਟ ਕਰਦੇ, ਪਤਾ ਨਹੀਂ ਕਿਹੜੇ ਦਿਨ ਬੂਟ ਸੂਟ ਪਾਇਆ, ਮੈਂ ਤਾਂ ਦੇਖਿਆ ਨਹੀਂ। ਉਹ ਪੁਰਾਣੇ ਕੋਟ ਤੇ ਪੁਰਾਣੀਆਂ ਪੈਂਟਾਂ ਜਾਂ ਕੋਲਡ ਕੰਟਰੀ 'ਚ ਜਾਂਦਾ। ਸੋ ਇਸ ਕਰਕੇ ਸਰਕਾਰ ਨੇ ਸਾਰੇ ਕੰਮ ਕਰਨ ਦੇ ਨਿਯਮ ਬਦਲਤੇ ਔਰ ਓਨੈਸਟ ਇਮਾਨਦਾਰ ਸਰਕਾਰ ਦਿੱਤੀ ਹੈ। ਇਸ ਕਰਕੇ ਇਹਨਾਂ ਦੇ ਤਾਂ ਲੋਕ ਸਭਾ 'ਚ ਰਾਜ ਸਭਾ 'ਚ ਰੋਜ਼ ਇੱਕ ਸਕੈਂਡਲ ਡਿਸਕਸ ਹੁੰਦਾ ਤਾਂ ਸਾਡਾ ਕੋਈ ਸਕੈਂਡਲ ਕਿਉਂ ਨਹੀਂ ਡਿਸਕਸ ਹੁੰਦਾ। ਸੋ ਇਸ ਕਰਕੇ ਜਿੰਨੇ ਕਾਨੂੰਨ ਬਣੇ ਹੈ ਉਹ ਕੁਝ ਲੋਕਾਂ ਨੂੰ ਪਸੰਦ ਹੈ, ਕੁਝ ਨੂੰ ਨਹੀਂ ਪਸੰਦ ਹੈ, ਲੇਕਿਨ ਉਹ ਕਾਨੂੰਨ ਦੇਸ਼ ਦੇ ਵਿੱਚ ਬਣੇ, ਜਨਤਾ ਦੇ ਵਿੱਚ ਬਣੇ। ਸੋ ਮੈਂ ਕਿਸਾਨਾਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦਾ ਕਿ ਪ੍ਰੈਸਟੀਜ ਨਾ ਬਣਾਓ ਕਿ ਅਸੀਂ ਗੱਲ ਨਹੀਂ ਕਰਨੀ। ਗੱਲਬਾਤ ਕਰੋਗੇ ਤਾਂ ਹੀ ਹੱਲ ਨਿਕਲਣਾ। ਤੁਸੀਂ ਕਹਿੰਦੇ ਕਾਨੂੰਨ ਵਾਪਸ ਲਓ, ਅਸੀਂ ਕਹਿੰਦੇ ਅਮੈਂਡ ਕਰਾ ਲਓ। ਆਖਰ ਕਿਸੇ ਰਸਤਾ ਤਾਂ ਕੱਢਣਾ ਹੀ ਪਊਗਾ ਨਾ, ਤੇ ਅਸੀਂ ਰਸਤਾ ਕੱਢਣ ਨੂੰ ਤਿਆਰ ਹਾਂ, ਤੁਸੀਂ ਤਿਆਰ ਨੇ। ਤੁਸੀਂ ਕਿਉਂ ਨਹੀਂ ਤਿਆਰ ਕਿ ਤੁਹਾਡੇ ਆਲੇ ਦੁਆਲੇ ਤੁਹਾਨੂੰ ਜਿੰਨ ਚਿਮੜ ਗਏ। ਇਹ ਜਿਹੜੇ ਜਿੰਨ ਨਾਲ ਲਾਓ ਤੇ ਅਕਲ, ਸਾਡਾ ਕਿਸਾਨ ਅਕਲਮੰਦ ਹੈ, ਮਿਹਨਤੀ ਹੈ, ਔਰ ਉਹ ਕਿਸਾਨੀ ਦੀ ਗੱਲ ਕਰੋ। ਇਹਨਾਂ ਦੇ ਆਖੇ ਨਾ ਲੱਗੋ ਜਿਹੜੇ ਤੁਹਾਡੇ ਰਾਹੁਲ ਗਾਂਧੀ ਕਹਿੰਦਾ ਮੈਂ ਰਾਸ਼ਟਰਪਤੀ ਜਾ ਕਿਆ ਕਰੂੰਗਾ, ਪੈਦਲ ਤੁਰ ਕੇ ਜਾਊਂਗਾ। ਤੁਸੀਂ ਵੜਨ ਨਹੀਂ ਦਿੰਦੇ, ਇਸ ਕਰਕੇ ਉਹ ਪੈਦਲ ਤੁਰਨ ਨੂੰ ਤਿਆਰ ਹੋ ਗਿਆ। ਸੋ ਸਿਰਫ ਫੋਟੋਆਂ ਖਿਚਾਉਣ ਵਾਸਤੇ ਲੱਗੇ ਹੋਏ। ਸੋ ਕੋਈ ਉਹਨਾਂ ਦੀ ਹਮਦਰਦੀ ਨਹੀਂ ਕਰਦਾ। ਸਭ ਤੋਂ ਵੱਧ ਰਾਜ ਇੱਥੇ ਕਾਂਗਰਸ ਪਾਰਟੀ ਨੇ ਕੀਤਾ, ਸੂਬਿਆਂ 'ਚ ਕਮਿਊਨਿਸਟ ਪਾਰਟੀਆਂ ਨੇ ਵੀ ਕੀਤਾ, ਲੇਕਿਨ ਉਹ ਕਿਸਾਨਾਂ ਨੂੰ ਹੱਕ ਨਹੀਂ ਦੇ ਸਕੇ ਜਿਹੜੇ ਕਿਸਾਨ ਮੋਦੀ ਸਾਹਿਬ ਨੇ। ਸਿਰਫ ਉਹਨਾਂ ਦੀ ਸਰਕਾਰ 14 'ਚ ਬਣੀ ਸੀ, ਸਿਰਫ 6 ਸਾਲ ਹੋਇਆ, 6 ਸਾਲ 'ਚ ਹਰ ਤਬਕੇ ਨੂੰ ਉਹਨਾਂ ਦੇ ਹੱਕ ਦਿੱਤੇ। ਚਲੋ ਥੈਂਕ ਯੂ। ਇਹ ਸੀਗੇ ਪੰਜਾਬ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਜੀ। ਮੈਂ ਕਿਸਾਨਾਂ ਨੂੰ ਫਿਰ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰਾਂਗਾ ਵੀ ਗੱਲਬਾਤ ਕਰਨ, ਤੁਹਾਨੂੰ ਸੱਦਾ ਆਇਆ ਵਾ, ਟਾਈਮ ਦਿਓ, ਬੈਠੋ, ਉਹ ਤੁਹਾਡੇ ਨਾਲ ਬੈਠਣ ਨੂੰ ਤਿਆਰ ਹੈ ਤਾਂ ਕਿ ਇਸ ਦੇ ਮਾਮਲੇ 'ਤੇ ਲੋਕਾਂ ਨੂੰ ਸਹੀ ਦਿਸ਼ਾ ਮਿਲ ਸਕੇ। ਥੈਂਕ ਯੂ। ਇਹ ਸੀਗੇ ਮਦਨ ਮੋਹਨ ਮਿੱਤਲ ਜੀ, ਜਿਹੜੇ ਕਿ ਪੰਜਾਬ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਨੇ, ਕੈਬਨਿਟ ਮੰਤਰੀ ਰਹੇ ਨੇ ਪੰਜਾਬ 'ਚ। ਉਹਨਾਂ ਦਾ ਮੰਨਣਾ ਇਹ ਹੈ ਕਿ ਅੜੀਅਲ ਰਵੱਈਆ ਕੇਂਦਰ ਸਰਕਾਰ ਨੇ ਨਹੀਂ ਅਪਣਾਇਆ। ਇਹਨਾਂ ਦਾ ਕਹਿਣਾ ਹੈ ਕਿ ਅੜੀਅਲ ਰਵੱਈਆ ਜਿਹੜਾ ਹੈ ਉਹ ਕਿਸਾਨਾਂ ਦਾ, ਔਰ ਉਸ ਦੇ ਪਿੱਛੇ ਇਹਨਾਂ ਨੇ ਵਜ੍ਹਾ ਦੱਸੀ ਹੈ ਵੀ ਕਿਸਾਨਾਂ ਦੇ ਜਿਹੜਾ ਇਹ ਅੰਦੋਲਨ ਹੈ ਇਸ ਵਿੱਚ ਵੱਖ-ਵੱਖ ਪਾਰਟੀਆਂ ਦੀ ਐਂਟਰੀ ਹੋ ਚੁੱਕੀ ਹੈ। ਚਾਹੇ ਉਹ ਸਟੇਜ ਜਿਹੜੀ ਹੈ ਸ਼ੇਅਰ ਨਹੀਂ ਹੋ ਰਹੀ, ਪਰ ਇਹਨਾਂ ਦਾ ਮੰਨਣਾ ਇਹ ਹੈ ਵੀ ਚਾਹੇ ਉਸ 'ਚ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕਮਿਊਨਿਸਟ ਹੋਣ, ਸਾਰੀ ਪਾਰਟੀਆਂ ਦੀ ਲਗਭਗ ਉੱਥੇ ਜਿਹੜੀ ਹੈ ਐਂਟਰੀ ਹੋ ਚੁੱਕੀ ਹੈ। ਤੇ ਉਹਨਾਂ ਪਾਰਟੀਆਂ ਦੀ ਐਂਟਰੀ ਦੇ ਕਰਕੇ ਹੀ ਇਹ ਸਮਝੌਤਾ ਨਹੀਂ ਹੋ ਰਿਹਾ। ਉਹ ਨਹੀਂ ਚਾਹੁੰਦੇ ਕਿ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਸਮਝੌਤਾ ਹੋਵੇ। ਮਿੱਤਲ ਸਾਹਿਬ ਦਾ ਇਹ ਵੀ ਕਹਿਣਾ ਹੈ ਵੀ ਪੱਛਮ ਬੰਗਾਲ 'ਚ ਇਲੈਕਸ਼ਨ ਹੈ, ਔਰ ਉਹਨਾਂ ਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਇਸ ਐਜੀਟੇਸ਼ਨ ਨੂੰ ਉਸ ਇਲੈਕਸ਼ਨ ਤੱਕ ਲਿਜਾਇਆ ਜਾ ਸਕੇ ਤਾਂ ਕਿ ਜਿਹੜਾ ਇਲੈਕਸ਼ਨ ਪੱਛਮ ਬੰਗਾਲ 'ਚ ਹੈ ਜਾਂ ਚੁਣਾਵ ਹੈ ਉਸ 'ਚ ਉਹਨਾਂ ਨੂੰ ਬੈਨੀਫਿਟ ਮਿਲ ਸਕੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।